प्यारे विद्यार्थियों सत श्री अकाल। मैं प्रियंका महाजन साइंस मिस्ट्रेस गवर्नमेंट गर्ल सीनियर सैकेंडरी स्कूल लोहियां खास जलंधर ਅੱਜ ਤੁਹਾਨੂੰ 9ਵੀਂ ਜਮਾਤ ਦੇ ਅਧਿਆਇ ਨੰਬਰ 8 ਮੋਸ਼ਨ ਗਤੀ ਦੇ ਕੁਝ ਇੰਪੋਰਟੈਂਟ ਨੂਮੈਰੀਕਲਸ ਕਰਵਾਉਣ ਜਾ ਰਹੀ ਹਾਂ। ਬੇਟੇ ਸਾਰੇ ਬੱਚਿਆਂ ਨੇ ਧਿਆਨ ਨਾਲ ਸਮਝਨੇ ਹੈ ਤੇ ਆਪਣੇ ਵਿਗਿਆਨ ਵਿਸ਼ੇ ਦੀ ਜਾਣਕਾਰੀ ਵਿੱਚ ਵਾਧਾ ਕਰਨਾ ਹੈ। ਚਲੋ ਬੇਟਾ ਅਸੀਂ ਸਟਾਰਟ ਕਰਨੇ ਆ। ਪਹਿਲਾ ਨੂਮੈਰੀਕਲ ਦੇਖੋ, ਡਿਊਰਿੰਗ ਐਨ ਐਕਸਪੈਰੀਮੈਂਟ ਅ ਸਿਗਨਲ ਫਰੋਮ ਅ ਸਪੇਸਸ਼ਿਪ ਰੀਚਡ ਦਾ ਗਰਾਊਂਡ ਸਟੇਸ਼ਨ ਇਨ 5 ਮਿੰਟਸ। ਇੱਕ ਪ੍ਰਯੋਗ ਦੇ ਦੌਰਾਨ ਪੁਲਾੜ ਯਾਨ ਤੋਂ ਇੱਕ ਸਿਗਨਲ ਨੂੰ ਧਰਤੀ ਤੱਕ ਪੁੱਜਣ ਲਈ 5 ਮਿੰਟ ਦਾ ਸਮਾਂ ਲੱਗਦਾ ਹੈ। ਵਾਟ ਵਾਜ਼ ਦਾ ਡਿਸਟੈਂਸ ਆਫ ਦਾ ਸਪੇਸਸ਼ਿਪ ਫਰੋਮ ਦਾ ਗਰਾਊਂਡ ਸਟੇਸ਼ਨ। ਧਰਤੀ 'ਤੇ ਸਥਿਤ ਸਟੇਸ਼ਨ ਤੋਂ ਉਸ ਪੁਲਾੜ ਯਾਨ ਦੀ ਦੂਰੀ ਕਿੰਨੀ ਹੈ। The signal travels at the speed of light, that is 3 into 10 raised to the power 8 meter per second. ਸਿਗਨਲ ਦੀ ਚਾਲ ਪ੍ਰਕਾਸ਼ ਦੀ ਚਾਲ ਦੇ ਬਰਾਬਰ ਹੈ, ਜਿਹੜੀ ਕਿ ਸਾਨੂੰ 3 ਗੁਣਾ 10 ਦੀ ਪਾਵਰ 8 ਮੀਟਰ ਪ੍ਰਤੀ ਸੈਕਿੰਡ ਦਿੱਤੀ ਹੋਈ ਹੈ। ਬੇਟਾ ਸੋਲਿਊਸ਼ਨ ਵਿੱਚ ਦੇਖੋ, ਸਾਨੂੰ ਸਮਾਂ ਦਿੱਤਾ ਹੋਇਆ ਹੈ 5 ਮਿੰਟ ਦਾ। ਅਸੀਂ ਇਸ ਮਿੰਟ ਨੂੰ ਸੈਕਿੰਡ ਵਿੱਚ ਬਦਲਣਾ ਹੈ, ਇਸ ਕਰਕੇ ਅਸੀਂ 5 ਨੂੰ 60 ਸੈਕਿੰਡ ਨਾਲ ਗੁਣਾ ਕੀਤਾ। 5 ਨੂੰ 60 ਨਾਲ ਗੁਣਾ ਕਰਨ 'ਤੇ ਸਾਡੇ ਕੋਲ ਆਇਆ 300 ਸੈਕਿੰਡ। ਹੁਣ ਸਾਨੂੰ ਚਾਲ ਦਿੱਤੀ ਹੋਈ ਹੈ 3 ਗੁਣਾ 10 ਦੀ ਪਾਵਰ 8 ਮੀਟਰ ਪ੍ਰਤੀ ਸੈਕਿੰਡ। ਸਾਡੇ ਕੋਲੋਂ ਪੁੱਛੀ ਹੈ ਦੂਰੀ ਦਾ ਫਾਰਮੂਲਾ S ਬਰਾਬਰ V ਗੁਣਾ T, ਦੂਰੀ ਬਰਾਬਰ ਚਾਲ ਗੁਣਾ ਸਮਾਂ। ਹੁਣ ਬੇਟੇ ਸਾਨੂੰ ਚਾਲ ਦਿੱਤੀ ਹੋਈ 3 ਗੁਣਾ 10 ਦੀ ਪਾਵਰ 8 ਅਤੇ ਸਾਨੂੰ ਸਮਾਂ ਦਿੱਤਾ ਹੋਇਆ 300। ਅਸੀਂ ਇਹਨਾਂ ਨੂੰ ਆਪਸ ਵਿੱਚ ਗੁਣਾ ਕਰਨਾ ਹੈ। ਦੇਖੋ ਤੁਸੀਂ 3 ਨੂੰ 3 ਨਾਲ ਗੁਣਾ ਕੀਤਾ, ਤੁਹਾਡੇ ਕੋਲ ਆਇਆ 9। 10 ਦੇ ਉੱਪਰ 8 ਪਾਵਰ ਪਹਿਲੇ ਤੋਂ ਹੀ ਹੈ ਅਤੇ 300 ਦੀਆਂ 2 ਜ਼ੀਰੋਆਂ ਹੈਗੀਆਂ ਅਤੇ 10 ਦੀ ਪਾਵਰ 8 ਵਿੱਚ ਇਹ 2 ਜ਼ੀਰੋਆਂ ਵੀ ਐਡ ਕਰੋ ਅਤੇ ਤੁਹਾਡੇ ਕੋਲ ਆ ਜਾਏਗਾ 10 ਦੀ ਪਾਵਰ 10 ਅਤੇ ਸਾਡਾ ਆਨਸਰ ਹੋ ਜਾਏਗਾ 9 ਗੁਣਾ 10 ਦੀ ਪਾਵਰ 10 ਮੀਟਰ। ਕਿਉਂਕਿ ਦੂਰੀ ਹੈ ਇਸ ਕਰਕੇ ਨਾਲ ਲੱਗੇਗਾ ਮੀਟਰ, ਇਕਾਈ ਜਿਹੜੀ ਹੈ ਉਹ ਮੀਟਰ ਲੱਗੇਗੀ। ਸੈਕਿੰਡ ਨੂਮੈਰੀਕਲ ਦੇਖੋ, A bus decreases its speed from 80 km per hour to 60 km per hour in 5 seconds. Find the acceleration of the bus. ਇੱਕ ਬੱਸ ਦੀ ਚਾਲ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਕੇ 60 ਕਿਲੋਮੀਟਰ ਪ੍ਰਤੀ ਘੰਟਾ 5 ਸੈਕਿੰਡ ਵਿੱਚ ਹੋ ਜਾਂਦੀ ਹੈ। ਬੱਸ ਦਾ ਪ੍ਰਵੇਗ ਪਤਾ ਕਰੋ। ਬੇਟਾ ਤੁਹਾਨੂੰ ਆਰੰਭਿਕ ਚਾਲ ਦਿੱਤੀ ਹੋਈ ਹੈ 80 ਕਿਲੋਮੀਟਰ ਪ੍ਰਤੀ ਘੰਟਾ ਅਤੇ ਤੁਹਾਨੂੰ ਜਿਹੜਾ ਅੰਤਿਮ ਚਾਲ ਹੈ ਉਹ ਵੀ ਦਿੱਤੀ ਹੋਈ ਹੈ 60 ਕਿਲੋਮੀਟਰ ਪ੍ਰਤੀ ਘੰਟਾ। ਸਮਾਂ ਤੁਹਾਨੂੰ ਦਿੱਤਾ ਹੋਇਆ 5 ਸੈਕਿੰਡ ਦਾ। ਤੁਹਾਡੇ ਕੋਲੋਂ ਪੁੱਛਿਆ ਪ੍ਰਵੇਗ ਦਾ ਫਾਰਮੂਲਾ ਹੈ V-U/T। ਇੱਥੇ V ਤੁਹਾਡੀ ਅੰਤਿਮ ਚਾਲ, U ਤੁਹਾਡੀ ਆਰੰਭਿਕ ਚਾਲ ਅਤੇ T ਸਮਾਂ ਹੈ। ਪਹਿਲੇ ਅਸੀਂ V-U ਦੀ ਵੈਲਿਊ ਕੱਢਾਂਗੇ। V ਦੀ ਵੈਲਿਊ 60, ਮਾਈਨਸ ਦਾ ਸਾਈਨ ਲਾਇਆ, U ਦੀ ਵੈਲਿਊ 80। ਬੇਟਾ 60 ਮਾਈਨਸ 80 ਤੁਹਾਡੇ ਕੋਲ ਆ ਗਿਆ -20 ਕਿਲੋਮੀਟਰ ਪ੍ਰਤੀ ਘੰਟਾ। ਬੇਟਾ ਮਾਈਨਸ ਸਾਈਨ ਇਸ ਕਰਕੇ ਆਇਆ ਕਿਉਂਕਿ ਵੱਡੀ ਰਕਮ ਦੇ ਅੱਗੇ ਮਾਈਨਸ ਦਾ ਨਿਸ਼ਾਨ ਸੀ। ਹੁਣ ਕਿਲੋਮੀਟਰ ਪ੍ਰਤੀ ਘੰਟਾ ਨੂੰ ਤੁਸੀਂ ਮੀਟਰ ਪ੍ਰਤੀ ਸੈਕਿੰਡ ਵਿੱਚ ਬਦਲਣਾ। ਬੇਟਾ 1 ਕਿਲੋਮੀਟਰ ਵਿੱਚ 1000 ਮੀਟਰ ਹੁੰਦੇ ਆ, ਇਸ ਕਰਕੇ ਅਸੀਂ 20 ਨੂੰ 1000 ਨਾਲ ਗੁਣਾ ਕੀਤਾ ਅਤੇ 1 ਘੰਟੇ ਵਿੱਚ 3600 ਸੈਕਿੰਡ ਹੁੰਦੇ ਆ, ਇਸ ਕਰਕੇ ਇਸ ਨੂੰ ਡਿਵਾਈਡ ਅਸੀਂ 3600 ਨਾਲ ਕੀਤਾ, 3600 ਨਾਲ ਕੀਤਾ। ਬੇਟਾ ਹੁਣ ਤੁਸੀਂ ਜ਼ੀਰੋਆਂ ਨਾਲ ਜ਼ੀਰੋਆਂ ਕੱਟ ਸਕਦੇ ਹੋ। ਉਸ ਤੋਂ ਬਾਅਦ 4 ਦੇ ਟੇਬਲ ਨਾਲ ਇਹਨੂੰ ਕੱਟੋ, 20 ਨੂੰ ਅਤੇ ਇੱਥੇ ਆਏਗਾ 5 ਅਤੇ 36 ਨੂੰ ਤੁਸੀਂ 4 ਦੇ ਟੇਬਲ ਨਾਲ ਕੱਟੋ ਅਤੇ ਇੱਥੇ ਆਏਗਾ 9 ਅਤੇ 5 ਨੂੰ ਤੁਸੀਂ 10 ਨਾਲ ਗੁਣਾ ਕੀਤਾ 50 ਅਤੇ ਮਾਈਨਸ ਦਾ ਨਿਸ਼ਾਨ ਸੀ ਉਹ ਨਾਲ ਲੱਗਿਆ -50/9 ਮੀਟਰ ਪ੍ਰਤੀ ਸੈਕਿੰਡ ਤੁਹਾਡੀ V-U ਦੀ ਵੈਲਿਊ ਆ ਗਈ। ਉਸ ਤੋਂ ਬਾਅਦ ਤੁਸੀਂ ਪ੍ਰਵੇਗ ਪਤਾ ਕਰਨਾ ਹੈ ਅਤੇ ਪ੍ਰਵੇਗ ਦਾ ਫਾਰਮੂਲਾ ਜਿਸ ਤਰ੍ਹਾਂ ਤੁਹਾਨੂੰ ਉੱਪਰ ਦੱਸਿਆ V-U/T। ਇੱਥੇ V-U ਦੀ ਵੈਲਿਊ ਤੁਸੀਂ ਭਰੋ, ਉਹ ਤੁਸੀਂ ਭਰੀ -50/9। T ਦੀ ਵੈਲਿਊ ਸੀ 5 ਸੈਕਿੰਡ ਅਤੇ ਇੱਥੇ ਤੁਸੀਂ 5 ਭਰਿਆ, ਨਾਲ ਗੁਣਾ ਲਾਤਾ। 5 ਦੇ ਨਾਲ ਤੁਸੀਂ ਕੱਟੋ 50 ਨੂੰ, ਇੱਥੇ 1 ਆਏਗਾ ਅਤੇ ਉੱਪਰ ਆ ਜਾਏਗਾ 10। ਹੁਣ ਬੇਟੇ ਤੁਹਾਡੇ ਕੋਲ ਜਿਹੜੀ ਵੈਲਿਊ ਹੈ ਉਹ ਆਏਗੀ -10/9 ਮੀਟਰ ਪ੍ਰਤੀ ਸੈਕਿੰਡ ਦੀ ਸਕੁਆਇਰ। ਇਹ ਤੁਹਾਡਾ ਪ੍ਰਵੇਗ ਦਾ ਆਨਸਰ ਹੋਏਗਾ। ਨੈਕਸਟ, ਇੱਕ ਰੇਲ ਗੱਡੀ ਰੇਲਵੇ ਸਟੇਸ਼ਨ ਤੋਂ ਚੱਲਣਾ ਸ਼ੁਰੂ ਕਰਦੀ ਹੈ ਅਤੇ ਇੱਕ ਸਮਾਨ ਪ੍ਰਵੇਗ ਨਾਲ ਚੱਲਦੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ 10 ਮਿੰਟ ਵਿੱਚ ਪ੍ਰਾਪਤ ਕਰ ਲੈਂਦੀ ਹੈ। ਉਸ ਦਾ ਪ੍ਰਵੇਗ ਪਤਾ ਕਰੋ। A train starting from a railway station and moving with uniform acceleration attains a speed 40 km per hour in 10 minutes. Find its acceleration. ਬੇਟਾ ਇੱਥੇ ਤੁਹਾਨੂੰ ਦਿੱਤਾ ਹੋਇਆ ਹੈ ਕਿ ਰੇਲ ਗੱਡੀ ਰੇਲਵੇ ਸਟੇਸ਼ਨ ਤੋਂ ਚੱਲਣਾ ਸ਼ੁਰੂ ਕਰਦੀ ਹੈ, ਮਤਲਬ ਉਹ ਪਹਿਲੇ ਵਿਰਾਮ ਅਵਸਥਾ ਵਿੱਚ ਸੀ, ਫਿਰ ਉਹਨੇ ਚੱਲਣਾ ਸ਼ੁਰੂ ਕਰਨਾ ਹੈ ਅਤੇ ਬੇਟਾ ਇਸ ਦਾ ਮਤਲਬ ਉਸਦੀ ਜਿਹੜੀ ਆਰੰਭਿਕ ਚਾਲ ਸੀ ਉਹ 0 ਮੀਟਰ ਪ੍ਰਤੀ ਸੈਕਿੰਡ ਹੋਵੇਗੀ।
ਫਿਰ ਉਹਨਾਂ ਨੇ ਬੋਲਿਆ ਕਿ 10 ਮਿੰਟ ਤੋਂ ਬਾਅਦ ਉਹਦੀ ਜਿਹੜੀ ਅੰਤਿਮ ਚਾਲ ਹੈ ਉਹ 40 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਹੈ। ਸਾਨੂੰ ਅੰਤਿਮ ਚਾਲ ਦਿੱਤੀ ਹੋਈ ਹੈ 40 ਕਿਲੋਮੀਟਰ ਪ੍ਰਤੀ ਘੰਟਾ। ਬੇਟਾ ਤੁਸੀਂ ਇਸ ਕਿਲੋਮੀਟਰ ਪ੍ਰਤੀ ਘੰਟਾ ਨੂੰ ਮੀਟਰ ਪ੍ਰਤੀ ਸੈਕਿੰਡ ਵਿੱਚ ਬਦਲਣਾ ਹੈ, ਅਤੇ ਇਸ ਕਰਕੇ ਕਿਉਂਕਿ ਤੁਹਾਨੂੰ ਪਤਾ 1 ਕਿਲੋਮੀਟਰ ਵਿੱਚ 1000 ਮੀਟਰ ਹੁੰਦੇ ਹਨ, ਇਸ ਕਰਕੇ 40 ਨੂੰ 1000 ਨਾਲ ਗੁਣਾ ਕੀਤਾ, ਅਤੇ 1 ਘੰਟੇ ਵਿੱਚ 3600 ਸੈਕਿੰਡ ਹੁੰਦੇ ਹਨ, ਇਸ ਕਰਕੇ ਇਸ ਨੂੰ ਡਿਵਾਈਡ ਕੀਤਾ 3600 ਨਾਲ। ਹੁਣ ਬੇਟਾ ਤੁਸੀਂ 0 ਨਾਲ 0 ਕੱਟ ਦਿਓ, ਉਸ ਤੋਂ ਬਾਅਦ 4 ਦੇ ਟੇਬਲ ਨਾਲ ਤੁਸੀਂ ਕੱਟੋ 40 ਨੂੰ, ਅਤੇ ਤੁਹਾਡੇ ਕੋਲ ਆਏਗਾ 10, ਅਤੇ ਥੱਲੇ 36 ਨੂੰ ਤੁਸੀਂ 4 ਦੇ ਟੇਬਲ ਨਾਲ ਕੱਟਿਆ ਅਤੇ ਤੁਹਾਡੇ ਕੋਲ ਆਇਆ 9। 10 ਗੁਣਾ ਇਹ ਵਾਲਾ ਜਿਹੜਾ 10 ਹੈ, ਇਹ 10 ਅਤੇ 10 ਗੁਣਾ ਹੋ ਕੇ ਬਣ ਗਿਆ 100, ਅਤੇ ਥੱਲੇ ਵਾਲਾ 9 ਥੱਲੇ ਲਿਖਤਾ, ਅਤੇ ਅੰਤਿਮ ਚਾਲ ਤੁਹਾਡੀ ਆ ਗਈ 100/9 ਮੀਟਰ ਪ੍ਰਤੀ ਸੈਕਿੰਡ। ਉਸ ਤੋਂ ਬਾਅਦ ਤੁਹਾਨੂੰ ਸਮਾਂ ਦਿੱਤਾ ਹੋਇਆ ਹੈ 10 ਮਿੰਟ ਦਾ, ਅਤੇ ਉਸਨੂੰ ਤੁਸੀਂ ਸੈਕਿੰਡ ਵਿੱਚ ਬਦਲਣਾ ਹੈ, ਅਤੇ ਇਸ ਕਰਕੇ ਤੁਸੀਂ ਉਸਨੂੰ 60 ਨਾਲ ਗੁਣਾ ਕਰਨਾ ਹੈ। 10 ਗੁਣਾ 60 ਤੁਸੀਂ ਕੀਤਾ ਅਤੇ 600 ਆ ਗਿਆ ਤੁਹਾਡੇ ਕੋਲ, 600 ਸੈਕਿੰਡ ਤੁਹਾਡਾ ਆ ਗਿਆ ਸਮਾਂ। ਪ੍ਰਵੇਗ ਤੁਸੀਂ ਪਤਾ ਕਰਨਾ ਸੀ। ਪ੍ਰਵੇਗ ਦਾ ਤੁਸੀਂ ਫਾਰਮੂਲਾ ਲਾਇਆ A = V - U/T, ਇਹ ਤੁਸੀਂ ਪਹਿਲੇ ਵੀ ਕੀਤਾ ਸੀ ਫਾਰਮੂਲਾ। V ਦੀ ਵੈਲਿਊ 100/9 ਤੁਸੀਂ ਭਰਤੀ, U ਦੀ ਵੈਲਿਊ 0 ਸੀ ਉਹ ਵੀ ਭਰਤੀ, T ਦੀ ਵੈਲਿਊ 600 ਉਹ ਵੀ ਅਸੀਂ ਭਰਤੀ। ਬੇਟਾ 100 ਤੇ ਉੱਪਰ ਆ ਅਤੇ 9 ਅਤੇ 600 ਥੱਲੇ ਗੁਣਾ ਹੋ ਗਏ। ਹੁਣ ਜ਼ੀਰੋਆਂ ਨਾਲ ਤੁਸੀਂ ਜ਼ੀਰੋਆਂ ਕੱਟਤੀਆਂ, ਤੁਹਾਡੇ ਕੋਲ ਆ ਗਿਆ 1/9 × 6। ਤੁਸੀਂ 9 ਨੂੰ 6 ਨਾਲ ਗੁਣਾ ਕੀਤਾ, ਤੁਹਾਡੇ ਕੋਲ ਆ ਜਾਏਗਾ 54, ਅਤੇ 1/54 ਮੀਟਰ ਪ੍ਰਤੀ ਸੈਕਿੰਡ ਦਾ ਸਕੁਆਇਰ ਤੁਹਾਡਾ ਪ੍ਰਵੇਗ ਹੋ ਜਾਏਗਾ। मतलब A = 1/54 मीटर प्रति सेकेंड स्क्वायर। दिस इज़ योर फाइनल आंसर। नाउ नेक्स्ट न्यूमेरिकल। बेटा a bus starting from rest moves with a uniform acceleration of 0.1 meter per second square for 2 minutes। ਕੋਈ ਬੱਸ ਵਿਰਾਮ ਅਵਸਥਾ ਤੋਂ ਚੱਲਣਾ ਸ਼ੁਰੂ ਕਰਦੀ ਹੈ ਅਤੇ 2 ਮਿੰਟ ਤੱਕ 0.1 ਮੀਟਰ ਪ੍ਰਤੀ ਸੈਕਿੰਡ ਸਕੁਆਇਰ ਦੇ ਇੱਕ ਸਮਾਨ ਪ੍ਰਵੇਗ ਨਾਲ ਚੱਲਦੀ ਹੈ। ਤੁਸੀਂ ਪਤਾ ਕਰਨਾ ਹੈ फाइंड द स्पीड एक्वायर्ड एंड द डिस्टेंस ट्रैवल्ड। ਤੁਸੀਂ ਕੀ ਪਤਾ ਕਰਨਾ ਹੈ ਬੇਟਾ? ਤੁਸੀਂ ਪਤਾ ਕਰਨਾ ਹੈ ਪ੍ਰਾਪਤ ਕੀਤੀ ਗਈ ਚਾਲ ਅਤੇ ਤੈਅ ਕੀਤੀ ਗਈ ਦੂਰੀ। ਹੁਣ ਦੇਖੋ ਸਾਨੂੰ ਦਿੱਤਾ ਕੀ ਹੋਇਆ, ਇੱਥੇ ਵੀ ਉਹੀ ਬੋਲਿਆ ਕਿ ਬੱਸ ਵਿਰਾਮ ਅਵਸਥਾ ਤੋਂ ਚੱਲਣਾ ਸ਼ੁਰੂ ਕਰਦੀ ਹੈ, ਮਤਲਬ ਸਾਨੂੰ U ਦਿੱਤਾ ਹੋਇਆ ਹੈ 0 ਮੀਟਰ ਪ੍ਰਤੀ ਸੈਕਿੰਡ। ਫਿਰ ਸਮਾਂ ਦਿੱਤਾ ਹੋਇਆ 2 ਮਿੰਟ, ਮਿੰਟ ਨੂੰ ਤੁਸੀਂ ਸੈਕਿੰਡ ਵਿੱਚ ਬਦਲਣਾ ਹੈ, ਇਸ ਕਰਕੇ ਤੁਸੀਂ ਉਹਨੂੰ 60 ਸੈਕਿੰਡ ਨਾਲ ਗੁਣਾ ਕੀਤਾ। 2 × 60 ਅਤੇ 120 ਸੈਕਿੰਡ ਤੁਹਾਡਾ ਸਮਾਂ ਆ ਗਿਆ। ਇਹ ਪ੍ਰਵੇਗ ਤੁਹਾਨੂੰ ਦਿੱਤਾ ਹੋਇਆ 0.1 ਮੀਟਰ ਪ੍ਰਤੀ ਸੈਕਿੰਡ ਸਕੁਆਇਰ। ਬੇਟਾ ਤੁਹਾਨੂੰ V ਪਤਾ ਕਰਨਾ ਹੈ ਅਤੇ S ਪਤਾ ਕਰਨਾ ਹੈ, ਮਤਲਬ ਤੁਹਾਨੂੰ ਪ੍ਰਾਪਤ ਕੀਤੀ ਗਈ ਚਾਲ ਦਾ ਸਪੀਡ ਰਿਕੁਆਇਰਡ ਐਂਡ ਤੈਅ ਕੀਤੀ ਗਈ ਦੂਰੀ ਦਾ ਡਿਸਟੈਂਸ ਟਰੈਵਲਡ ਪਤਾ ਕਰਨਾ ਹੈ। ਸਾਡੇ ਕੋਲ ਫਾਰਮੂਲਾ ਹੈ V = U = AT। V ਦੀ ਵੈਲਿਊ ਅਸੀਂ ਪਤਾ ਕਰਨੀ ਹੈ, U ਦੀ ਵੈਲਿਊ ਅਸੀਂ 0 ਭਰਤੀ, A ਸਾਡੇ ਕੋਲ 0.1 ਸੀ ਉਹ ਵੀ ਭਰਤਾ, ਅਤੇ T ਦੀ ਵੈਲਿਊ 120। ਬੇਟਾ ਉਸ ਤੋਂ ਬਾਅਦ 0 ਨੂੰ ਜਦੋਂ ਤੁਸੀਂ ਕਿਸੇ ਚੀਜ਼ ਵਿੱਚ ਜਮ੍ਹਾਂ ਕਰੋਗੇ ਕੋਈ ਫਰਕ ਨਹੀਂ ਪਏਗਾ, ਇਸ ਕਰਕੇ ਮੈਂ 0 ਲਿਖਿਆ ਹੀ ਨਹੀਂ, ਅਤੇ V = 0.1 × 120 ਆਏਗਾ। 120 ਨੂੰ ਜਦੋਂ ਤੁਸੀਂ 0.1 ਨਾਲ ਗੁਣਾ ਕਰੋਗੇ ਤਾਂ ਇੱਕ ਟਰਮ ਛੱਡ ਕੇ ਪੁਆਇੰਟ ਲੱਗ ਜਾਏਗਾ ਰਾਈਟ ਸਾਈਡ ਤੋਂ, ਤਾਂ ਤੁਹਾਡੇ ਕੋਲ ਆ ਜਾਏਗਾ 12.0 ਮੀਟਰ ਪ੍ਰਤੀ ਸੈਕਿੰਡ। ਪੁਆਇੰਟ ਤੋਂ ਬਾਅਦ 0 ਦੀ ਵੈਲਿਊ ਨਹੀਂ ਹੈ, ਇਸ ਕਰਕੇ V ਜਿਹੜੀ ਤੁਹਾਡੀ ਅੰਤਿਮ ਚਾਲ ਹੈ ਉਹ ਆ ਗਈ 12 ਮੀਟਰ ਪ੍ਰਤੀ ਸੈਕਿੰਡ। ਹੁਣ ਅਸੀਂ ਪਤਾ ਕਰਨਾ S। ਬੇਟਾ ਸਾਡੇ ਕੋਲ ਫਾਰਮੂਲਾ ਹੈ V² - U² = 2AS। ਇਸ ਦੀ ਹੈਲਪ ਨਾਲ ਅਸੀਂ S ਪਤਾ ਕਰਾਂਗੇ। ਅਸੀਂ V ਦੀ ਵੈਲਿਊ ਭਰੀ 12, ਉੱਪਰ ਸਕੁਆਇਰ ਲਾਤਾ, ਮਾਈਨਸ U ਦੀ ਵੈਲਿਊ 0, ਫਿਰ ਸਕੁਆਇਰ ਲਾਤਾ, = 2 ਗੁਣਾ A ਦੀ ਵੈਲਿਊ ਹੈ 0.1 ਉਹ ਭਰਤੀ, ਅਤੇ ਨਾਲ ਲਿਖਿਆ S। ਬੇਟਾ 12 ਦੀ ਸਕੁਆਇਰ 12 ਨੂੰ 12 ਨਾਲ ਗੁਣਾ ਕੀਤਾ, ਸਾਡੇ ਕੋਲ ਆਇਆ 144, ਅਤੇ -0 ਦਾ ਸਕੁਆਇਰ ਸੀ, 0 ਕਿਸੇ ਵੀ ਚੀਜ਼ ਕੋਲੋਂ ਮਾਈਨਸ ਹੁੰਦਾ ਤਾਂ ਕੋਈ ਫਰਕ ਨਹੀਂ ਪੈਂਦਾ, ਇਸ ਕਰਕੇ ਵੈਲਿਊ 144 ਰਹੀ। ਰਾਈਟ ਸਾਈਡ 'ਤੇ ਤੁਸੀਂ ਦੇਖੋ 2 ਨੂੰ ਤੁਸੀਂ 0.1 ਨਾਲ ਗੁਣਾ ਕੀਤਾ, ਤੁਹਾਡੇ ਕੋਲ 0.2 ਆਇਆ, ਨਾਲ S ਲੱਗਿਆ ਹੋਇਆ, ਅਸੀਂ S ਲਾਤਾ ਨਾਲ। ਹੁਣ ਇੱਥੇ ਦੇਖੋ ਤੁਸੀਂ S ਦੀ ਵੈਲਿਊ ਅਸੀਂ ਪਤਾ ਕਰਨੀ ਹੈ, ਅਤੇ 0.2 S ਨਾਲ ਗੁਣਾ ਸੀ, ਦੂਜੀ ਸਾਈਡ 'ਤੇ ਜਾ ਕੇ ਉਹ ਡਿਵਾਈਡ ਹੋ ਗਿਆ 144/0.2। ਹੁਣ ਪੁਆਇੰਟ ਹਟਾਉਣਾ ਹੈ, ਅਤੇ ਉੱਪਰ ਤੁਸੀਂ 10 ਲਾਤਾ ਅਤੇ ਥੱਲੇ 2 ਰਹਿ ਗਿਆ। 2 ਨਾਲ ਤੁਸੀਂ 144 ਨੂੰ ਕੱਟਿਆ ਅਤੇ ਤੁਹਾਡੇ ਕੋਲ ਆ ਗਿਆ 72। 72 ਨੂੰ ਤੁਸੀਂ 10 ਨਾਲ ਗੁਣਾ ਕੀਤਾ ਅਤੇ 720 ਤੁਹਾਡੀ S ਦੀ ਵੈਲਿਊ ਆ ਗਈ। S ਮਤਲਬ ਦੂਰੀ ਜਿਹੜੀ ਹੈ ਉਹ ਸਾਡੇ ਕੋਲ ਆ ਗਈ 720 ਮੀਟਰ। Beta, last numerical is a train is traveling at a speed of 90 km/h. Brakes are applied so as to produce a uniform acceleration of -0.5 meter per second square. Find how far the train will go before it brought to rest. ਕੋਈ ਰੇਲ ਗੱਡੀ 90 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਨਾਲ ਚੱਲ ਰਹੀ ਹੈ। ਬ੍ਰੇਕ ਲਗਾਏ ਜਾਣ ਤੋਂ ਬਾਅਦ ਉਹ -0.5 ਮੀਟਰ ਪ੍ਰਤੀ ਸੈਕਿੰਡ ਸਕੁਆਇਰ ਦਾ ਇੱਕ ਸਮਾਨ ਪ੍ਰਵੇਗ ਉਤਪੰਨ ਕਰਦੀ ਹੈ। ਰੇਲ ਗੱਡੀ ਵਿਰਾਮ ਅਵਸਥਾ ਵਿੱਚ ਆਉਣ ਤੋਂ ਪਹਿਲਾਂ ਕਿੰਨੀ ਦੂਰੀ ਤੈਅ ਕਰੇਗੀ?
ਬੇਟਾ ਇੱਥੇ ਯੂ ਤੁਹਾਨੂੰ ਆਰੰਭਿਕ ਚਾਲ ਦਿੱਤੀ ਹੋਈ ਹੈ 90 ਕਿਲੋਮੀਟਰ ਪ੍ਰਤੀ ਘੰਟਾ। ਤੁਸੀਂ ਇਸ ਨੂੰ ਮੀਟਰ ਪ੍ਰਤੀ ਸੈਕਿੰਡ ਵਿੱਚ ਬਦਲਣਾ ਹੈ। ਤੁਹਾਨੂੰ ਪਤਾ 1 ਕਿਲੋਮੀਟਰ ਵਿੱਚ 1000 ਮੀਟਰ ਹੁੰਦੇ, ਇਸ ਕਰਕੇ 90 ਨੂੰ 1000 ਨਾਲ ਗੁਣਾ ਕੀਤਾ। 1 ਘੰਟੇ ਵਿੱਚ 3600 ਸੈਕਿੰਡ ਹੁੰਦੇ, ਇਸ ਕਰਕੇ ਇਸ ਨੂੰ 3600 ਨਾਲ ਡਿਵਾਈਡ ਕੀਤਾ। ਬੇਟੇ 0 ਨਾਲ 0 ਕੱਟੀਆਂ ਗਈਆਂ 2, ਤੇ ਤੁਸੀਂ 90 ਨੂੰ 9 ਦੇ ਟੇਬਲ ਨਾਲ ਕੱਟੋਗੇ ਤੁਹਾਡੇ ਕੋਲ 10 ਆਏਗਾ। 36 ਨੂੰ ਤੁਸੀਂ 9 ਦੇ ਟੇਬਲ ਨਾਲ ਕੱਟੋਗੇ ਤੁਹਾਡੇ ਕੋਲ 4 ਆਏਗਾ। ਹੁਣ ਤੁਸੀਂ ਇਸ 4 ਨੂੰ 2 ਦੇ ਟੇਬਲ ਨਾਲ ਕੱਟਿਆ, ਤੇ ਉੱਪਰ 10 ਨੂੰ ਵੀ ਤੁਸੀਂ 2 ਦੇ ਟੇਬਲ ਨਾਲ ਕੱਟਿਆ। ਫਿਰ ਇਹ ਵਾਲਾ 2 ਜਿਹੜਾ ਹੈ ਦੂਜੇ 10 ਨਾਲ ਤੁਸੀਂ ਕੱਟੋ, ਤੇ ਇੱਥੇ ਵੀ 5 ਆ ਜਾਏਗਾ। 5 ਨੂੰ ਤੁਸੀਂ 5 ਨਾਲ ਗੁਣਾ ਕੀਤਾ, ਤੁਹਾਡੇ ਕੋਲ 25 ਮੀਟਰ ਪ੍ਰਤੀ ਸੈਕਿੰਡ ਜਿਹੜੀ ਹੈ ਉਹ ਆਰੰਭਿਕ ਚਾਲ ਆ ਗਈ। ਪ੍ਰਵੇਗ ਤੁਹਾਨੂੰ ਦਿੱਤਾ ਹੋਇਆ -0.5 ਮੀਟਰ ਪ੍ਰਤੀ ਸੈਕਿੰਡ ਦਾ ਸਕੁਆਇਰ, ਤੇ ਜਿਹੜਾ ਤੁਹਾਡੀ ਅੰਤਿਮ ਚਾਲ ਹੈ ਉਹ ਤੁਹਾਨੂੰ 0 ਮੀਟਰ ਪ੍ਰਤੀ ਸੈਕਿੰਡ ਦਿੱਤੀ ਹੋਈ ਹੈ, ਕਿਉਂਕਿ ਉਹਨਾਂ ਨੇ ਬੋਲਿਆ ਰੇਲ ਗੱਡੀ ਬਾਅਦ ਵਿੱਚ ਵਿਰਾਮ ਅਵਸਥਾ ਵਿੱਚ ਆ ਜਾਂਦੀ ਹੈ। ਤੁਸੀਂ ਤੈਅ ਕੀਤੀ ਗਈ ਦੂਰੀ ਪਤਾ ਕਰਨੀ ਹੈ, ਐਸ ਪਤਾ ਕਰਨਾ ਹੈ। ਦਿੱਤੀਆਂ ਗਈਆਂ ਚੀਜ਼ਾਂ ਨੂੰ ਦੇਖ ਕੇ ਤੇ ਜਿਹੜੀ ਅਸੀਂ ਚੀਜ਼ਾਂ ਕੱਢਣੀਆਂ ਉਹਨਾਂ ਨੂੰ ਦੇਖ ਕੇ ਸਾਨੂੰ ਪਤਾ ਚੱਲਦਾ ਕਿ ਅਸੀਂ ਇਹ ਫਾਰਮੂਲਾ ਲਾ ਸਕਦੇ ਹਾਂ, v² - u² = 2as। v ਦੀ ਵੈਲਿਊ ਬੇਟਾ 0 ਭਰਤੀ, ਮਾਈਨਸ ਇਸ ਤਰ੍ਹਾਂ ਹੀ ਲਿਖਿਆ, u ਦੀ ਵੈਲਿਊ ਤੁਸੀਂ 25 ਭਰਤੀ, ਉੱਪਰ ਸਕੁਆਇਰ = 2, a ਦੀ ਜਗ੍ਹਾ ਤੇ ਤੁਸੀਂ -0.5 ਭਰਿਆ, ਤੇ s ਤੁਸੀਂ ਇਸ ਤਰ੍ਹਾਂ ਹੀ ਲਿਖਤਾ ਜਿਹਦੀ ਵੈਲਿਊ ਸਾਨੂੰ ਪਤਾ ਕਰਨੀ ਹੈ। 0 ਦਾ ਸਕੁਆਇਰ 0 ਹੁੰਦਾ ਹੈ, ਉਹ ਲਿਖਣ ਦੀ ਜ਼ਰੂਰਤ ਨਹੀਂ। -25 ਦਾ ਸਕੁਆਇਰ ਮਾਈਨਸ ਇਸ ਤਰ੍ਹਾਂ ਹੀ ਰਹੇਗਾ। 25 ਦੀ ਸਕੁਆਇਰ ਤੁਸੀਂ ਕਰਨੀ ਹੈ 25 ਨੂੰ 25 ਨਾਲ ਗੁਣਾ ਕੀਤਾ, ਤੇ ਦੂਜੇ ਸਾਈਡ ਤੇ ਤੁਸੀਂ 2 ਨੂੰ -0.5 ਨਾਲ ਗੁਣਾ ਕੀਤਾ, ਤੁਹਾਡੇ ਕੋਲ -1.0 s ਆ ਗਿਆ। ਹੁਣ ਬੇਟੇ ਮਾਈਨਸ ਨਾਲ ਮਾਈਨਸ ਤੁਸੀਂ ਕੱਟ ਸਕਦੇ ਹੋ। 25 ਨੂੰ 25 ਨਾਲ ਗੁਣਾ ਕਰਕੇ ਤੁਹਾਡੇ ਕੋਲ 625 ਆਇਆ। 1.0 ਜਿਹੜਾ ਸੀ ਉਹ s ਨਾਲ ਗੁਣਾ ਸੀ, ਦੂਜੀ ਸਾਈਡ ਤੇ ਜਾ ਕੇ ਉਹ ਡਿਵਾਈਡ ਹੋ ਗਿਆ। s ਦੀ ਵੈਲਿਊ ਆ ਗਈ 625 ਮੀਟਰ, ਕਿਉਂਕਿ ਜਦੋਂ 1.0 ਮਤਲਬ 1 ਨਾਲ ਅਸੀਂ ਕਿਸੇ ਵੀ ਚੀਜ਼ ਨੂੰ ਡਿਵਾਈਡ ਕਰਦੇ ਹਾਂ ਤਾਂ ਫਰਕ ਨਹੀਂ ਪੈਂਦਾ, ਇਸ ਕਰਕੇ ਸਾਡਾ ਫਾਈਨਲ ਆਨਸਰ ਹੈ 625 ਮੀਟਰ। ਬੇਟਾ ਹੁਣ ਤੁਹਾਨੂੰ ਨੂਮੈਰੀਕਲਸ ਤਾਂ ਸਮਝ ਆ ਗਏ। ਹੁਣ ਇਸ ਤੋਂ ਨੈਕਸਟ ਵਾਲੇ ਨੂਮੈਰੀਕਲਸ ਮੈਂ ਆਪਣੀ ਅਗਲੀ ਵੀਡੀਓ ਵਿੱਚ ਤੁਹਾਨੂੰ ਸੋਲਵ ਕਰਵਾਵਾਂਗੀ। ਉਦੋਂ ਤੱਕ ਤੁਸੀਂ ਇਹ 5 ਨੂਮੈਰੀਕਲ ਚੰਗੀ ਤਰ੍ਹਾਂ ਸਿੱਖ ਕੇ ਇਸ ਨੂੰ ਆਪਣੇ ਹੱਥੀਂ ਸੋਲਵ ਕਰਕੇ ਦੇਖ ਲੈਣਾ। ਥੈਂਕ ਯੂ, ਧੰਨਵਾਦ।